ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਲੀਫੋਰਨੀਆ ਦੇ ਵਿੱਚ ਕਿਸ਼ਤੀ ਪਲਟਣ ਦੇ ਕਾਰਨ 8 ਲੋਕਾਂ ਦੀ ਮੌਤ। ਭਾਰਤ ਤੇ ਰੂਸ ਹੋਰ ਹਵਾਈ ਉਡਾਣਾਂ ਸ਼ੁਰੂ ਕਰਨ ਦੇ ਲਈ ਸਹਿਮਤ। ਅਮਰੀਕਾ ਨੂੰ ਇੱਕ ਹੋਰ ਵੱਡਾ ਝਟਕਾ। SVB ਦੇ ਬਾਅਦ ਹੁਣ ਸਿਗਨੇਚਰ ਬੈਂਕ ਵੀ ਹੋਇਆ ਬੰਦ। ਟਰੰਪ ਕਾਰਨ ਮੇਰੇ ਪਰਿਵਾਰ ਦੀ ਜਾਨ ਖਤਰੇ 'ਚ ਪੈ ਗਈ ਸੀ। ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਪੈਂਸ ਦਾ ਬਿਆਨ। ਭਾਰਤੀਆਂ ਤੇ ਚੜਿਆ ਵਿਦੇਸ਼ ਦਾ ਖੁਮਾਰ। ਬ੍ਰਿਟੇਨ ਜਾਣ ਦੇ ਲਈ ਖਤਰੇ 'ਚ ਪਾ ਰਹੇ ਜਾਨਾਂ। ਪਿਛਲੇ ਦਿਨੀ ਅਮਰੀਕਾ 'ਚ ਹਾਦਸੇ ਦਾ ਸ਼ਿਕਾਰ ਹੋਈ ਗੁਰਜੋਤ ਕੌਰ ਗਿੱਲ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ। ਅਮਰੀਕਾ 'ਚ ਬਰਫੀਲੇ ਤੂਫਾਨ ਦੇ ਕਾਰਨ 7 ਦਿਨਾਂ ਤੱਕ ਕਾਰ ਵਿੱਚ ਫਸਿਆ ਰਿਹਾ 81 ਸਾਲਾ ਬਜ਼ੁਰਗ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਲੀਫੋਰਨੀਆ ਦੇ ਸਾਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ ਤੇ ਕਿਸ਼ਤੀ ਪਲਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। CNN ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਸਵੇਰੇ 11:30 ਵਜੇ ਵਾਪਰੀ। ਮੌਕੇ ਤੇ ਮੱਛੀ ਫੜਨ ਵਾਲੀ ਕਿਸ਼ਤੀ ਤੇ ਸਵਾਰ ਵਿਅਕਤੀ ਨੇ 911 ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੇ ਸਾਨ ਡਿਏਗੋ ਫਾਇਰ ਬਚਾਅ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ। ਪਹਿਲਾਂ ਤਾਂ ਬਚਾਅ ਕਰਨ ਵਾਲਿਆਂ ਨੂੰ ਤੇਜ਼ ਲਹਿਰਾਂ ਕਾਰਨ ਬੀਚ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਸੀ। ਉਸ ਤੋਂ ਬਾਅਦ ਉੱਥੇ ਪਹੁੰਚਣ ਦੇ ਲਈ ਗੋਡੇ-ਗੋਡੇ ਪਾਣੀ ਵਿੱਚ ਲੰਘਣਾ ਪੈਂਦਾ ਸੀ। ਲਾਈਫ ਗਾਰਡਸ ਨੇ ਸ਼ੁਰੂ ਦੇ ਵਿੱਚ ਕੇਵਲ 7 ਲਾਸ਼ਾਂ ਬਰਾਮਦ ਕੀਤੀਆਂ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਾਨ ਡਿਏਗੋ ਫਾਇਰ ਰੈਸਕਿਊ ਡਿਪਾਰਟਮੈਂਟ ਨੇ ਕਿਹਾ US ਕਸਟਮ ਬਾਰਡਰ ਪ੍ਰੋਟੈਕਸ਼ਨ ਤੇ 에ਅਰ ਅਤੇ ਸੀ ਆਪਰੇਸ਼ਨਸ ਦੀ ਮਦਦ ਦੇ ਨਾਲ ਲਾਈਫ ਗਾਰਡਸ ਨੇ ਇੱਕ ਹੋਰ ਲਾਸ਼ ਨੂੰ ਲੱਭਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਲਾਸ਼ਾਂ ਨੂੰ ਸਾਨ ਡਿਏਗੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵਿਭਾਗ ਦੇ ਮੁਤਾਬਕ ਫਾਇਰ ਡਿਪਾਰਟਮੈਂਟ, ਸਾਨ ਡਿਏਗੋ ਪੁਲਿਸ ਵਿਭਾਗ, US ਕਸਟਮ ਬਾਰਡਰ ਪ੍ਰੋਟੈਕਸ਼ਨ ਅਤੇ US ਕੋਸਟ ਗਾਰਡ ਸਮੇਤ ਕਈ ਏਜੰਸੀਆਂ ਬਚਾਅ ਕਾਰਜਾਂ ਲਈ ਮੌਕੇ ਤੇ ਨੇ। ਭਾਰਤ ਅਤੇ ਰੂਸ ਨੇ ਸਿਧਾਂਤਕ ਤੌਰ ਤੇ ਆਪਣੇ ਦੁਵੱਲੇ ਹਵਾਈ ਸੇਵਾ ਸਮਝੌਤੇ ਨੂੰ ਸੋਧਣ ਦੇ ਲਈ ਸਹਿਮਤੀ ਜਤਾਈ ਹੈ, ਜਿਸ ਤਹਿਤ ਰੂਸੀ ਜਹਾਜ਼ਾਂ ਨੂੰ ਵੱਖ-ਵੱਖ ਭਾਰਤੀ ਸ਼ਹਿਰਾਂ ਦੇ ਲਈ ਹਫ਼ਤਾਵਾਰੀ 64 ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਜਾਏਗੀ। ਮੌਜੂਦਾ ਸਮਝੌਤੇ ਤਹਿਤ ਰੂਸ ਭਾਰਤ ਵੱਲ ਹਫ਼ਤਾਵਾਰੀ 52 ਨਾਗਰਿਕ ਉਡਾਣਾਂ ਚਲਾ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਸਿਧਾਂਤਕ ਤੌਰ ਤੇ ਹਫ਼ਤਾਵਾਰੀ ਹਵਾਈ ਉਡਾਣਾਂ ਦੀ ਗਿਣਤੀ 52 ਤੋਂ ਵਧਾ ਕੇ 64 ਕਰਨ ਦੇ ਲਈ ਸਹਿਮਤੀ ਜਤਾਈ ਹੈ, ਜੋ ਰੂਸੀ ਹਵਾਈ ਕੰਪਨੀਆਂ ਭਾਰਤ ਦੇ ਲਈ ਚਲਾ ਸਕਦੀਆਂ ਨੇ। ਇਸ ਦੁਵੱਲੇ ਹਵਾਈ ਸਮਝੌਤੇ ਦੇ ਵਿੱਚ ਸਮੇਂ ਸਿਰ ਸੋਧ ਕੀਤੀ ਜਾਏਗੀ। ਮੌਜੂਦਾ ਸਮੇਂ ਦੌਰਾਨ ਐਰੋਫਲੋਟ ਭਾਰਤ ਲਈ 7 ਹਫ਼ਤਾਵਾਰੀ ਹਵਾਈ ਉਡਾਣਾਂ ਚਲਾ ਰਹੀ ਹੈ, ਜਦਕਿ ਕੋਈ ਵੀ ਭਾਰਤੀ ਏਅਰਲਾਈਨ ਰੂਸ ਦੇ ਲਈ ਉਡਾਣ ਨਹੀਂ ਭਰ ਰਹੀ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਮਾਸਕੋ ਦੇ ਲਈ ਹਵਾਈ ਉਡਾਣਾਂ ਚਲਾਉਂਦੀ ਸੀ। ਨਾਮ ਗੁਪਤ ਰੱਖਣ ਦੀ ਸ਼ਰਤ ਤੇ ਅਧਿਕਾਰੀ ਨੇ ਦੱਸਿਆ ਇੱਕ ਨਿੱਜੀ ਅਖਬਾਰ ਨੂੰ ਕਿ ਰੂਸੀ ਕੰਪਨੀ ਨੂੰ ਭਾਰਤ ਦੇ ਲਈ ਹਫ਼ਤਾਵਾਰੀ ਉਡਾਣਾਂ ਕੁੱਲ ਸੰਖਿਆ ਦੇ ਕੋਟੇ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਵਿੱਚ ਕੁਝ ਸਮਾਂ ਲੱਗੇਗਾ। ਪਿਛਲੇ ਮਹੀਨੇ ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਦੀ ਅਗਵਾਈ ਹੇਠ ਇੱਕ ਭਾਰਤੀ ਵਫਦ ਨੇ ਸ਼ਹਿਰੀ ਹਵਾਬਾਜ਼ੀ ਵਿੱਚ ਦੁਵੱਲੇ ਸਹਿਯੋਗ ਦੇ ਨਾਲ ਸੰਬੰਧਿਤ ਮੀਟਿੰਗ ਦੇ ਲਈ ਮਾਸਕੋ ਦਾ ਦੌਰਾ ਕੀਤਾ ਸੀ। ਸਿਲੀਕਾਨ ਵੈਲੀ ਬੈਂਕ ਤੋਂ ਬਾਅਦ ਹੁਣ ਸਿਗਨੇਚਰ ਬੈਂਕ ਨੂੰ ਵੀ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਸਿਗਨੇਚਰ ਬੈਂਕ ਦੇ ਕੋਲ ਕ੍ਰਿਪਟੋ ਕਰੰਸੀ ਦਾ ਸਟਾਕ ਸੀ। ਇਸ ਦੇ ਖਤਰੇ ਨੂੰ ਦੇਖਦੇ ਹੋਏ ਬੈਂਕ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੈਂਕ ਦੇ ਸ਼ੇਅਰਾਂ ਦੇ ਵਿੱਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਸਿਗਨੇਚਰ ਬੈਂਕ ਨਿਊਯਾਰਕ ਵਿੱਚ ਇੱਕ ਖੇਤਰੀ ਬੈਂਕ ਹੈ। ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼ ਦੇ ਅਨੁਸਾਰ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਸਿਗਨੇਚਰ ਨੂੰ ਸੰਭਾਲਿਆ, ਜਿਸ ਦੀ ਪਿਛਲੇ ਸਾਲ ਦੇ ਅੰਤ ਵਿੱਚ 1.036 ਬਿਲੀਅਨ ਡਾਲਰ ਦੀ ਜਾਇਦਾਦ ਸੀ। ਅਮਰੀਕੀ ਖਜ਼ਾਨਾ ਵਿਭਾਗ ਅਤੇ ਹੋਰ ਬੈਂਕ ਰੈਗੂਲੇਟਰਾਂ ਨੇ ਇੱਕ ਸਾਂਝੇ ਬਿਆਨ 'ਚ ਕਿਹਾ, ਕਰਦਾਤਿਆਂ ਨੂੰ ਸਿਗਨੇਚਰ ਬੈਂਕ ਅਤੇ ਸਿਲੀਕਾਨ ਵੈਲੀ ਬੈਂਕ ਦੇ ਕਿਸੇ ਵੀ ਨੁਕਸਾਨ ਦਾ ਬੋਝ ਨਹੀਂ ਝੱਲਣਾ ਪਏਗਾ। ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਤੇ ਫੈਡਰਲ ਰਿਜ਼ਰਵ ਇੱਕ ਫੰਡ ਬਣਾਉਣ ਦੀ ਯੋਜਨਾ ਬਣਾ ਰਹੇ ਨੇ ਤਾਂ ਜੋ ਹੋਰ ਬੈਂਕ SVL ਸੰਕਟ ਤੋਂ ਪ੍ਰਭਾਵਿਤ ਨਾ ਹੋਣ। ਅਮਰੀਕੀ ਫੈਡਰਲ ਰਿਜ਼ਰਵ ਨੇ ਵੀ ਸੋਮਵਾਰ ਯਾਨੀ 13 ਮਾਰਚ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਵਿੱਚ US ਫੈਡਰਲ ਰਿਜ਼ਰਵ ਬੋਰਡ ਆਫ ਗਵਰਨਰਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਚਰਚਾ ਕਰਨਗੇ।
ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਮਰੀਕੀ ਸੰਸਦ ਤੇ 6 ਜਨਵਰੀ ਨੂੰ ਹੋਏ ਹਮਲੇ ਦੇ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘੇਰਿਆ ਹੈ। ਪੈਂਸ ਨੇ ਕਿਹਾ ਕਿ ਟਰੰਪ ਦੇ ਬੇਤੁਕੇ ਬਿਆਨਾਂ ਕਾਰਨ ਉਹਨਾਂ ਦੇ ਪਰਿਵਾਰ ਅਤੇ ਸੰਸਦ ਵਿੱਚ ਮੌਜੂਦ ਸਾਰੇ ਲੋਕਾਂ ਦੀ ਜਾਨ ਖਤਰੇ 'ਚ ਪੈ ਗਈ ਸੀ। ਉਹਨਾਂ ਨੇ ਕਿਹਾ ਕਿ ਇਤਿਹਾਸ ਡੋਨਾਲਡ ਟਰੰਪ ਨੂੰ ਜਵਾਬਦੇਹ ਠਹਿਰਾਏਗਾ। ਇਸ ਨਾਲ ਦੋਵੇਂ ਆਗੂਆਂ ਦੇ ਸੰਬੰਧਾਂ 'ਚ ਤਰੇੜ ਆ ਗਈ ਹੈ, ਜਦਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਲਈ ਰਿਪਬਲਿਕਨ ਨਾਮਜ਼ਦਗੀ ਵਾਸਤੇ ਤਿਆਰੀ ਕਰ ਰਹੇ ਨੇ। ਪੈਂਸ ਨੇ ਰਾਤ ਦੇ ਵਿਸ਼ੇਸ਼ ਭੋਜਨ ਮੌਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਸੀ ਗਲਤ ਔਰ ਇਸ ਸਮਾਗਮ ਦੇ ਵਿੱਚ ਸਿਆਸਤਦਾਨਾਂ ਤੇ ਪੱਤਰਕਾਰਾਂ ਨੇ ਵੀ ਹਾਜ਼ਰੀ ਭਰੀ। ਕਦੇ ਟਰੰਪ ਦੇ ਵਫਾਦਾਰ ਰਹੇ ਪੈਂਸ ਨੇ ਅਜੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਲਈ ਰਿਪਬਲਿਕਨ ਪਾਰਟੀ ਦਾ ਨਾਮਜ਼ਦਗੀ ਦਾ ਦਾਅਵਾ ਪੇਸ਼ ਨਹੀਂ ਕੀਤਾ ਹੈ, ਪਰ ਮੰਨਿਆ ਜਾਂਦਾ ਹੈ ਕਿ ਉਹ ਇਸ ਦੇ ਲਈ ਆਧਾਰ ਤਿਆਰ ਕਰ ਰਹੇ ਨੇ। ਜ਼ਿਕਰਯੋਗ ਹੈ ਕਿ 6 ਜਨਵਰੀ 2021 ਨੂੰ ਟਰੰਪ ਨੇ ਪੈਂਸ ਤੇ ਦਬਾਅ ਬਣਾਇਆ ਸੀਗਾ ਕਿ ਉਹ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਨੂੰ ਰੱਦ ਕਰਨ। ਪੈਂਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਦੰਗਾਕਾਰੀ ਸੰਸਦ ਅੰਦਰ ਦਾਖਲ ਹੋ ਗਏ, ਜਿਨ੍ਹਾਂ 'ਚ ਕੁਝ ਮਾਈਕ ਪੈਂਸ ਨੂੰ ਫਾਹੇ ਟੰਗਣ ਦੇ ਨਾਅਰੇ ਲਗਾ ਰਹੇ ਸਨ। ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਪਿਛਲੇ ਸਾਲ ਵਾਧਾ ਦਰਜ ਕੀਤਾ ਗਿਆ ਅਤੇ ਛੋਟੀਆਂ ਕਿਸ਼ਤੀਆਂ ਤੇ ਸਵਾਰ ਹੋ ਕੇ ਕੁੱਲ 683 ਲੋਕ ਦੇਸ਼ ਆਏ, ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ ਪੁਰਸ਼ ਸਨ। ਬ੍ਰਿਟੇਨ ਵਿੱਚ ਅਨਿਯਮਿਤ ਮਾਈਗ੍ਰੇਸ਼ਨ ਦੇ ਸੰਬੰਧ ਵਿੱਚ ਦੇਸ਼ ਦੇ ਗ੍ਰਹਿ ਵਿਭਾਗ ਦੇ ਪਿਛਲੇ ਸਾਲ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਬ੍ਰਿਟੇਨ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰਕੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਸਾਲ ਦਰ ਸਾਲ ਵੱਧ ਰਹੀ ਹੈ। ਸਾਲ 2021 'ਚ 67 ਭਾਰਤੀ ਨਾਗਰਿਕ ਛੋਟੀਆਂ ਕਿਸ਼ਤੀਆਂ ਰਾਹੀਂ ਸਰਹੱਦ ਪਾਰ ਕਰਕੇ ਆਏ ਸੀ, ਜਦੋਂ ਕਿ 2020 'ਚ ਇਹ ਗਿਣਤੀ 64 ਸੀ ਅਤੇ 2019 ਅਤੇ 2018 'ਚ ਅਜਿਹਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ। ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ ਭਾਈਵਾਲੀ ਦੇ ਤਹਿਤ ਬ੍ਰਿਟੇਨ ਦਾ ਭਾਰਤ ਦੇ ਨਾਲ ਇੱਕ ਵਾਪਸੀ ਸਮਝੌਤਾ ਹੈ, ਜਿਸ ਦਾ ਜ਼ਿਕਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੀਤੇ ਹਫ਼ਤੇ ਸੰਸਦ ਵਿੱਚ ਕੀਤਾ ਸੀ। ਸੁਨਕ ਨੇ ਸਦਨ 'ਚ ਕਿਹਾ ਸੀਗਾ ਕਿ ਅਸੀਂ ਭਾਰਤ, ਪਾਕਿਸਤਾਨ, ਸਰਬੀਆ, ਨਾਈਜੀਰੀਆ ਤੇ ਮਹੱਤਵਪੂਰਨ ਰੂਪ ਦੇ ਨਾਲ ਹੁਣ ਅਲਬਾਨੀਆ ਨਾਲ ਵਾਪਸੀ ਸਮਝੌਤੇ ਕੀਤੇ ਨੇ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਕਿਹਾ ਕਿ ਸਾਡੀ ਸਥਿਤੀ ਸਪਸ਼ਟ ਹੈ, ਜੇਕਰ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਪਹੁੰਚਦੇ ਹੋ ਤਾਂ ਤੁਸੀਂ ਇੱਥੇ ਸ਼ਰਨ ਦਾ ਦਾਅਵਾ ਨਹੀਂ ਕਰ ਸਕੋਗੇ, ਤੁਸੀਂ ਆਧੁਨਿਕ ਦਾਸਤਾ ਪ੍ਰਣਾਲੀ ਦਾ ਹਿੱਸਾ ਨਹੀਂ ਬਣ ਸਕੋਗੇ ਅਤੇ ਤੁਸੀਂ ਮਨੁੱਖੀ ਅਧਿਕਾਰਾਂ ਦੇ ਫਰਜ਼ੀ ਦਾਅਵੇ ਨਹੀਂ ਕਰ ਸਕੋਗੇ। ਗ੍ਰਹਿ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 400 ਭਾਰਤੀ ਨਾਗਰਿਕ ਅਜਿਹੇ ਵੀ ਨੇ ਜੋ 2022 'ਚ ਬ੍ਰਿਟੇਨ 'ਚ ਹਵਾਈ ਮਾਰਗ ਰਾਹੀਂ ਨਾਕਾਫੀ ਦਸਤਾਵੇਜ਼ਾਂ ਦੇ ਨਾਲ ਪਹੁੰਚੇ ਲੋਕਾਂ ਦੀ ਸ਼੍ਰੇਣੀ 'ਚ ਆਉਂਦੇ ਨੇ। ਬ੍ਰਿਟੇਨ ਦੇ ਵਿੱਚ 2022 'ਚ ਕੁੱਲ 45,775 ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਗੈਰ ਕਾਨੂੰਨੀ ਰੂਪ ਨਾਲ ਦੇਸ਼ ਪਹੁੰਚੇ, ਜਿਨ੍ਹਾਂ ਵਿੱਚ ਭਾਰਤੀ ਨਾਗਰਿਕ ਸ਼ਾਮਲ ਨੇ। ਕੈਲੀਫੋਰਨੀਆ 'ਚ ਬੀਤੇ ਦਿਨੀ ਇੱਕ ਸੜਕ ਦੁਰਘਟਨਾ 'ਚ ਭੇਂਟ ਚੜ੍ਹੀ 21 ਸਾਲਾ ਗੁਰਜੋਤ ਕੌਰ ਦਾ ਲੋੜਾਈ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ 1000 ਤੋਂ ਵੱਧ ਲੋਕਾਂ ਨੇ ਨਮ ਅੱਖਾਂ ਦੇ ਨਾਲ ਇਸ ਮੁਟਿਆਰ ਧੀ ਨੂੰ ਅੰਤਮ ਵਿਦਾਇਗੀ ਦਿੱਤੀ। ਭੋਗਪੁਰ ਨੇੜੇ ਘੁੱਗ ਪਿੰਡ ਦੇ ਬਲਵੀਰ ਸਿੰਘ ਗਿੱਲ ਤੇ ਰਮਦੀਪ ਕੌਰ ਗਿੱਲ ਦੀ ਬੇਟੀ ਮੈਡੀਕਲ ਸਿੱਖਿਆ ਦੀ ਪੜ੍ਹਾਈ ਦੀ ਸ਼ੁਰੂਆਤ ਕਰ ਰਹੀ ਸੀ। ਹਾਈਵੇ 4 ਤੇ ਹੋਈ ਭਿਆਨਕ ਸਿੱਧੀ ਟੱਕਰ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਇਹ ਜ਼ਿਕਰਯੋਗ ਹੈ ਕਿ ਗੁਰਜੋਤ ਕੌਰ ਗਿੱਲ ਟਾਂਡਾ ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਰਿਸ਼ਤੇ 'ਚੋਂ ਭਾਣਜੀ ਲੱਗਦੀ ਸੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੇ ਉਸਦੇ ਪਰਿਵਾਰਕ ਮੈਂਬਰਾਂ, ਉਸਦੀਆਂ ਹਮ ਜਮਾਤੜਾਂ ਨੇ ਗੁਰਜੋਤ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਮਾਹੌਲ ਉਸ ਵੇਲੇ ਬਹੁਤ ਹੀ ਗਮਗੀਨ ਤੇ ਭਾਵੁਕ ਹੋ ਗਿਆ ਜਦੋਂ ਗੁਰਜੋਤ ਕੌਰ ਗਿੱਲ ਦੀ ਮਾਤਾ ਰਮਨਦੀਪ ਕੌਰ ਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਧੀ ਲਈ ਅਥਰੂ ਨਾ ਵਹਾਓ, ਸਗੋਂ ਵਾਹਿਗੁਰੂ ਦਾ ਸਿਮਰਨ ਕਰੋ। ਕੀਰਤਨ ਕਰਨ ਵਾਲੀ, ਗੁਰੂ ਨੂੰ ਮੰਨਣ ਵਾਲੀ ਲਾਇਕ ਧੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਏਗੀ। ਅਮਰੀਕਾ 'ਚ ਇੱਕ 81 ਸਾਲਾ ਵਿਅਕਤੀ 7 ਦਿਨਾਂ ਤੱਕ ਬਰਫੀਲੇ ਤੂਫਾਨ 'ਚ ਫਸਿਆ ਰਿਹਾ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਮੌਤ ਦੇ ਮੂੰਹ 'ਚੋਂ ਸਹੀ ਸਲਾਮਤ ਬਾਹਰ ਆ ਗਿਆ। ਇਸ ਦੌਰਾਨ ਬਜ਼ੁਰਗ ਨੇ ਕੈਂਡੀਜ਼ ਅਤੇ ਕ੍ਰੋਇਸੈਂਟਸ ਖਾ ਕੇ ਆਪਣੇ ਆਪ ਨੂੰ ਜ਼ਿੰਦਾ ਰੱਖਿਆ। ਦਰਅਸਲ ਕੈਲੀਫੋਰਨੀਆ 'ਚ ਰਹਿਣ ਵਾਲਾ 81 ਸਾਲਾ ਜੈਰੀ ਜ਼ੋਰੇਟ ਖਰਾਬ ਮੌਸਮ ਦੇ ਵਿੱਚ ਡਰਾਈਵਿੰਗ ਕਰਨ ਕਾਰਨ ਹਾਈਵੇ ਤੇ ਬਰਫੀਲੇ ਤੂਫਾਨ 'ਚ ਫਸ ਗਿਆ। ਇਹ ਘਟਨਾ 24 ਫਰਵਰੀ ਨੂੰ ਵਾਪਰੀ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਗਾਰਡਨਵਿਲੇ, ਨਿਵਾਡਾ ਲਈ ਬਿਗ ਪਾਈਨ, ਕੈਲੀਫੋਰਨੀਆ ਸਥਿਤ ਆਪਣੇ ਘਰੋਂ ਨਿਕਲਿਆ ਸੀ। ਆਮ ਮੌਸਮ ਵਿੱਚ ਇਹ ਦੂਰੀ 3 ਘੰਟਿਆਂ 'ਚ ਤੈਅ ਹੋ ਜਾਂਦੀ ਹੈ। CNN ਦੀ ਇੱਕ ਰਿਪੋਰਟ ਦੇ ਅਨੁਸਾਰ ਲਗਭਗ 30 ਮਿੰਟ ਦੀ ਡਰਾਈਵਿੰਗ ਤੋਂ ਬਾਅਦ ਗਣਿਤ ਵਿਗਿਆਨੀ ਅਤੇ ਨਾਸਾ ਦੇ ਸਾਬਕਾ ਕਰਮਚਾਰੀ ਨੇ ਆਪਣੀ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਇੱਕ ਤੰਗ ਲੇਨ 'ਚ ਬਰਫੀਲੇ ਤੂਫਾਨ 'ਚ ਫਸ ਗਿਆ। ਇਸ ਤੋਂ ਬਾਅਦ ਉਸਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਪਹਿਲਾਂ ਕਾਰ 'ਚ ਰਾਤ ਕੱਟਣੀ ਪਈ। ਇਸ ਤੋਂ ਬਾਅਦ ਰਾਤ ਦੇ ਸਮੇਂ ਤਾਪਮਾਨ 'ਚ ਕਾਫੀ ਗਿਰਾਵਟ ਆਈ ਤੇ ਉਸ ਕੋਲ ਸਰੀਰ ਨੂੰ ਗਰਮ ਰੱਖਣ ਦੇ ਲਈ ਵਿਸ਼ੇਸ਼ ਕੱਪੜੇ ਵੀ ਨਹੀਂ ਸਨ। ਉਸ ਕੋਲ ਇੱਕ ਹਲਕਾ ਵਿੰਡ ਬ੍ਰੇਕਰ ਅਤੇ ਤੌਲੀਆ ਸੀ। ਉਸਦੇ ਪੋਤੇ ਕ੍ਰਿਸਚੀਅਨ ਦੇ ਅਨੁਸਾਰ ਉਸਦੇ ਦਾਦਾ
ਕਾਰ ਵਿੱਚ ਰਹੇ ਅਤੇ ਘੱਟੋ-ਘੱਟ ਗੈਸ ਅਤੇ ਬੈਟਰੀ ਪਾਵਰ ਦੀ ਵਰਤੋਂ ਕਰਕੇ SUV ਨੂੰ ਗਰਮ ਕਰਦੇ ਰਹੇ। ਉਹ ਆਪਣੇ ਨਾਲ ਲੈ ਕੇ ਗਏ ਕੁਝ ਸਨੈਕ ਖਾ ਰਹੇ ਤੇ ਜਿੰਦਾ ਰਹੇ। ਇਸ ਦੌਰਾਨ ਉਹ ਕਦੀ-ਕਦੀ ਬਰਫ਼ ਖਾਣ ਦੇ ਲਈ ਕਾਰ ਦੀ ਖਿੜਕੀ ਹੇਠਾਂ ਕਰ ਲੈਂਦੇ ਸੀ। ਉਹਨਾਂ ਦੀ ਬੈਟਰੀ ਜਿਹੜੀ ਕਾਰ ਦੀ ਸੀ ਤੀਜੇ ਦਿਨ ਖਤਮ ਹੋਈ ਜਦੋਂ ਉਹ ਇਲੈਕਟ੍ਰਿਕ ਖਿੜਕੀ ਬੰਦ ਕਰ ਰਹੇ ਸੀ। ਇਸ ਕਾਰਨ ਅਗਲੇ 4 ਦਿਨਾਂ ਤੱਕ ਖਿੜਕੀ ਕੁਝ ਇੰਚ ਖੁੱਲੀ ਰਹੀ। ਕੈਲੀਫੋਰਨੀਆ ਹਾਈਵੇ ਪੈਟਰੋਲ 에ਅਰਕ੍ਰਾਫਟ ਨੇ ਉਹਨਾਂ ਦੀ ਕਾਰ ਨੂੰ ਲਗਭਗ 3 ਫੁੱਟ ਬਰਫ਼ ਵਿੱਚ ਦੱਬਿਆ ਹੋਇਆ ਪਾਇਆ। ਇਸ ਦੌਰਾਨ ਉਹਨਾਂ ਨੂੰ ਉੱਥੋਂ ਬਚਾ ਕੇ ਹਸਪਤਾਲ ਲਿਜਾਇਆ ਗਿਆ। ਕੁਝ ਘੰਟਿਆਂ ਦੇ ਲਈ ਹਸਪਤਾਲ 'ਚ ਰਹਿਣ ਤੋਂ ਬਾਅਦ ਵੀ ਜੈਰੀ ਨੂੰ ਹਾਈਪੋਥਰਮੀਆ ਦੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ। ਉਹਨਾਂ ਦੇ ਪੋਤੇ ਨੇ CNN ਨੂੰ ਦੱਸਿਆ ਕਿ ਨਰਸਾਂ ਹੈਰਾਨ ਸਨ ਕਿ ਉਸ ਦੀਆਂ ਜ਼ਰੂਰੀ ਚੀਜ਼ਾਂ ਕਿੰਨੀਆਂ ਚੰਗੀਆਂ ਸਨ। ਹਾਲਾਂਕਿ ਮਿਸਟਰ ਜੈਰੀ ਪੂਰੀ ਤਰ੍ਹਾਂ ਠੀਕ ਹੋ ਰਹੇ ਨੇ, ਪਰ ਅਨੁਭਵ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਡਰਾ ਦਿੱਤਾ ਹੈ ਇਸ ਅਨੁਭਵ ਨੇ। ਪਸੂਲਾ ਟੈਂਪਾ ਦੇ ਕੋਲ ਫਲੋਰੀਡਾ ਤੱਟ ਤੋਂ ਮੈਕਸੀਕੋ ਦੀ ਖਾੜੀ ਵਿੱਚ ਉਤਾਰਿਆ। ਅਮਰੀਕਾ, ਰੂਸ ਅਤੇ ਜਾਪਾਨ ਦੇ ਚਾਲਕ ਦਲ ਦੇ ਮੈਂਬਰਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਲਗਭਗ 5 ਮਹੀਨੇ ਬਿਤਾਏ। ਇਹ ਮਿਸ਼ਨ ਪਿਛਲੇ ਸਾਲ ਅਕਤੂਬਰ ਵਿੱਚ ਰਵਾਨਾ ਹੋਇਆ ਸੀ। ਨਾਸਾ ਦੇ ਨਿਕੋਲ ਮਾਨ ਦੀ ਅਗਵਾਈ ਵਿੱਚ ਪੁਲਾੜ ਯਾਤਰੀ ਸ਼ਨੀਵਾਰ ਸਵੇਰੇ ਪੁਲਾੜ ਕੇਂਦਰ ਤੋਂ ਰਵਾਨਾ ਹੋਏ। ਨਿਕੋਲ ਪੁਲਾੜ ਵਿੱਚ ਉੱਡਣ ਵਾਲੀ ਅਮਰੀਕਾ ਦੀ ਪਹਿਲੀ ਮੂਲ ਨਿਵਾਸੀ ਹੈ। ਨਿਕੋਲ ਨੇ ਕਿਹਾ ਕਿ ਉਹ ਆਪਣੇ ਚਿਹਰੇ ਤੇ ਹਵਾ ਨੂੰ ਮਹਿਸੂਸ ਕਰਨ, ਤਾਜ਼ੇ ਘਾਹ ਨੂੰ ਸੁੰਘਣ ਅਤੇ ਕੁਝ ਸਵਾਦੀ ਭੋਜਨ ਦਾ ਸਵਾਦ ਲੈਣ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੀ। ਜਾਪਾਨੀ ਪੁਲਾੜ ਯਾਤਰੀ ਕੋਇਚੀ ਵਕਾਟ ਨੇ ਸੁਸ਼ੀ ਖਾਣ ਦੀ ਇੱਛਾ ਜ਼ਾਹਿਰ ਕੀਤੀ, ਜਦੋਂ ਕਿ ਰੂਸੀ ਪੁਲਾੜ ਯਾਤਰੀ ਔਨਾ ਕਿਕੀਨਾ ਅਸਲੀ ਕੱਪ ਨਾ ਕਿ ਪਲਾਸਟਿਕ ਬੈਗ ਵਿੱਚੋਂ ਗਰਮ ਚਾਹ ਪੀਣ ਦੇ ਲਈ ਬੇਤਾਬ ਨੇ। ਨਾਸਾ ਦੇ ਵਿਗਿਆਨੀ ਜੋਸ਼ ਕੈਸਾਡਾ ਆਪਣੇ ਪਰਿਵਾਰ ਦੇ ਲਈ ਇੱਕ ਕੁੱਤਾ ਲਿਆਉਣਾ ਚਾਹੁੰਦੇ ਨੇ। ਸਪੇਸ ਸਟੇਸ਼ਨ ਵਿੱਚ ਹੁਣ ਅਮਰੀਕਾ ਦੇ 3 ਪੁਲਾੜ ਯਾਤਰੀ, 3 ਰੂਸ ਅਤੇ 1 ਸੰਯੁਕਤ ਅਰਬ ਅਮੀਰਾਤ ਦਾ ਹੈ। ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਕਿਹਾ ਕਿ ਸਰਕਾਰ ਸਿਲੀਕਾਨ ਵੈਲੀ ਬੈਂਕ ਨੂੰ ਕੋਈ ਰਾਹਤ ਨਹੀਂ ਦੇਗੀ। ਹਾਲਾਂਕਿ ਉਹਨਾਂ ਨੇ ਆਖਿਆ ਕਿ ਸਰਕਾਰ ਆਪਣੇ ਧਨ ਨੂੰ ਲੈ ਕੇ ਫਿਕਰਮੰਦ ਜਮ੍ਹਾਂਕਰਤਾਵਾਂ ਦੀ ਮਦਦ ਦੇ ਲਈ ਯਤਨਸ਼ੀਲ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਵੱਡੇ ਬੈਂਕਾਂ ਦੇ ਵਿੱਚ ਸ਼ੁਮਾਰ ਸਿਲੀਕਾਨ ਵੈਲੀ ਬੈਂਕ ਡੁੱਬ ਗਿਆ ਤੇ ਬੈਂਕ ਦੇ ਦਿਵਾਲੀਆ ਹੋਣ ਤੋਂ ਬਾਅਦ ਇਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ $2,50,000 ਤੱਕ ਦੀ ਜਮ੍ਹਾਂ ਰਾਸ਼ੀ ਦਾ ਬੀਮਾ ਕਰਦੀ ਹੈ, ਪਰ ਕਈ ਕੰਪਨੀਆਂ ਅਤੇ ਅਮੀਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਇਸ ਤੋਂ ਵੱਧ ਰਕਮ ਹੈ। ਅਜਿਹੇ 'ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਦੇਸ਼ ਵਿੱਚ ਕੁਝ ਮੁਲਾਜ਼ਮਾਂ ਨੂੰ ਉਹਨਾਂ ਦੀ ਤਨਖਾਹ ਨਹੀਂ ਮਿਲੇਗੀ। ਯੈਲਨ ਨੇ ਫੇਸ ਦੀ ਨੇਸ਼ਨ ਨਾਲ ਇੱਕ ਇੰਟਰਵਿਊ ਵਿੱਚ ਸਰਕਾਰ ਦੇ ਅਗਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਸਥਿਤੀ ਲਗਭਗ 15 ਸਾਲ ਪਹਿਲਾਂ ਦੇ ਵਿੱਤੀ ਸੰਕਟ ਤੋਂ ਵੱਖਰੀ ਹੈ, ਜਦੋਂ ਉਦਯੋਗ ਬਚਾਉਣ ਦੇ ਲਈ ਬੈਂਕ ਨੂੰ ਰਾਹਤ ਦਿੱਤੀ ਗਈ ਸੀ। ਵਿੱਤ ਮੰਤਰੀ ਨੇ ਅਮਰੀਕੀ ਬੈਂਕਿੰਗ ਪ੍ਰਣਾਲੀ ਅਸਲ ਦੇ ਵਿੱਚ ਬਹੁਤ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਰਜਿਸਟਰਡ ਹੈ। ਉਹ ਕਹਿੰਦੇ ਨੇ ਕਿ ਇਹ ਲਚਕਦਾਰ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ 16ਵੀਂ ਸਭ ਤੋਂ ਵੱਡੀ ਸਿਲੀਕਾਨ ਵੈਲੀ ਬੈਂਕ ਬੰਦ ਹੋਣ ਦੇ ਨਾਲ ਅਮਰੀਕੀ ਬੈਂਕਿੰਗ ਸੈਕਟਰ ਮੁਸ਼ਕਲਾਂ 'ਚ ਘਿਰ ਗਿਆ ਹੈ ਅਤੇ ਦੁਨੀਆ ਭਰ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਅਮਰੀਕਾ ਦੇ ਟੌਪ ਸਿਲੀਕਾਨ ਵੈਲੀ ਬੈਂਕ ਦਿਵਾਲੀਆ ਹੋ ਗਈ ਹੈ। ਬੈਂਕ ਤੇ ਤਾਲਾ ਲਟਕ ਗਿਆ ਹੈ। ਬੈਂਕ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਅਮਰੀਕੀ ਰੈਗੂਲੇਟਰੀ ਨੇ ਇਹ ਫੈਸਲਾ ਕੀਤਾ। ਬੈਂਕ ਦੇ ਬੰਦ ਹੋਣ ਦੀ ਖਬਰ ਜਿਵੇਂ ਹੀ ਫੈਲੀ, ਟਵਿੱਟਰ ਦੇ ਮਾਲਕ ਐਲਾਨ ਮਸਕ ਦਾ ਇੱਕ ਟਵੀਟ ਖੂਬ ਵਾਇਰਲ ਹੋ ਗਿਆ। ਉੱਦਾਂ ਵੀ ਉਹ ਸੁਰਖੀਆਂ 'ਚ ਰਹਿਣਾ ਪਸੰਦ ਕਰਦੇ ਨੇ। ਟੈਸਲਾ ਦੇ ਮਾਲਕ ਐਲਨ ਮਸਕ ਨੇ ਬੰਦ ਹੋਏ ਇਸ ਬੈਂਕ ਨੂੰ ਖਰੀਦਣ ਦੇ ਵਿੱਚ ਹੁਣ ਦਿਲਚਸਪੀ ਦਿਖਾਈ ਹੈ। ਰੇਜਰ ਦੇ CEO ਮਿਨ ਲਿਆਂਗ ਨੇ ਟਵਿੱਟਰ ਤੇ ਲਿਖਿਆ ਕਿ ਟਵਿੱਟਰ ਨੂੰ ਖਸਤਾ ਹਾਲ ਸਿਲੀਕਾਨ ਵੈਲੀ ਬੈਂਕ ਨੂੰ ਖਰੀਦ ਲੈਣਾ ਚਾਹੀਦਾ ਹੈ। ਇਸ ਨੂੰ ਖਰੀਦ ਕੇ ਇਸ ਨੂੰ ਡਿਜੀਟਲ ਬੈਂਕ ਬਣਾਉਣਾ ਚਾਹੀਦਾ ਹੈ। ਇਸ ਦੇ ਜਵਾਬ ਦੇ ਵਿੱਚ ਐਲਨ ਮਸਕ ਨੇ ਲਿਖਿਆ, ਮੈਂ ਤੁਹਾਡੇ ਇਸ ਵਿਚਾਰ ਦਾ ਸਵਾਗਤ ਕਰਦਾ ਹਾਂ ਤੇ ਮੈਂ ਇਸ ਦੇ ਲਈ ਓਪਨ ਹਾਂ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਅਤੇ ਇਨੋਵੇਸ਼ਨ ਨੇ ਸਿਲੀਕਾਨ ਵੈਲੀ ਬੈਂਕ ਦੀ ਵਿੱਤੀ ਹਾਲਤ ਨੂੰ ਦੇਖ ਕੇ ਬਾਅਦ ਵਿੱਚ ਇਸ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ। ਬੈਂਕ ਦੇ ਗਾਹਕਾਂ ਦੀ ਆਰਥਿਕ ਸੁਰੱਖਿਆ ਦੀ ਜ਼ਿੰਮੇਵਾਰੀ FDIC ਨੂੰ ਸੌਂਪੀ ਗਈ ਹੈ। ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ, ਜਿਸ ਦੇ ਕੋਲ $210 ਅਰਬ ਤੋਂ ਵੀ ਵੱਧ ਦੀ ਜਾਇਦਾਦ ਹੈ। ਅਰਬਪਤੀ ਐਲਨ ਮਸਕ ਹੁਣ ਆਪਣਾ ਵੱਖਰਾ ਸ਼ਹਿਰ ਬਣਾਉਣ ਦੀ ਤਿਆਰੀ ਕਰ ਰਹੇ ਨੇ। ਰਿਪੋਰਟਾਂ ਦੇ ਮੁਤਾਬਕ ਮਸਕ ਦੇ ਨਾਲ ਜੁੜੀਆਂ ਇਕਾਈਆਂ ਤੇ ਉਹਨਾਂ ਦੀਆਂ ਕੰਪਨੀਆਂ ਟੈਕਸਾਸ ਵਿੱਚ ਹਜ਼ਾਰਾਂ ਏਕੜ ਜ਼ਮੀਨ ਖਰੀਦ ਰਹੀਆਂ ਨੇ। ਦੱਸਿਆ ਜਾ ਰਿਹਾ ਕਿ ਇੱਥੇ ਜੋ ਟਾਊਨ ਬਣਾਇਆ ਜਾਏਗਾ ਉੱਥੇ ਮਸਕ ਦੀਆਂ ਕੰਪਨੀਆਂ ਦੇ ਕਰਮਚਾਰੀ ਰਹਿਣਗੇ
ਅਤੇ ਕੰਮ ਕਰਨਗੇ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਸਟਨ ਨੇੜੇ ਹੁਣ ਤੱਕ 3500 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਮਸਕ ਜਿਸ ਸ਼ਹਿਰ ਨੂੰ ਇੱਥੇ ਵਸਾਉਣ ਦੇ ਲਈ ਕੰਮ ਕਰ ਰਹੇ ਨੇ ਉਸ ਦਾ ਨਾਂ ਸਨੇਲ ਬਰੁਕ ਹੋਏਗਾ। ਮੀਡੀਆ ਰਿਪੋਰਟਾਂ 'ਚ ਜ਼ਮੀਨੀ ਰਿਕਾਰਡ ਅਤੇ ਕੰਪਨੀ ਦੇ ਅੰਦਰੂਨੀ ਸੰਚਾਰ ਦੇ ਆਧਾਰ ਤੇ ਕਸਬੇ ਬਾਰੇ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਇਸ ਦੇ ਮੁਤਾਬਕ ਐਲਨ ਮਸਕ ਚਾਹੁੰਦੇ ਨੇ ਕਿ ਉਹਨਾਂ ਦੀਆਂ ਕੰਪਨੀਆਂ ਬੋਰਿੰਗ ਕੋ, ਟੈਸਲਾ ਅਤੇ ਸਪੇਸਐਕਸ ਦੇ ਕਰਮਚਾਰੀ ਇੱਥੇ ਰਹਿਣ। ਇਸ ਕਸਬੇ ਦੇ ਵਿੱਚ ਨਵੇਂ ਮਕਾਨਾਂ ਦਾ ਕਿਰਾਇਆ ਮਾਰਕੀਟ ਰੇਟ ਤੇ ਘੱਟ ਹੋਏਗਾ। ਅਮਰੀਕਾ ਦੇ ਮਿਸੀਸਿਪੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ 4 ਸਾਲਾਂ ਵਿੱਚ 165 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਡਾਕਟਰ ਨੇ ਨੌਜਵਾਨ ਨੂੰ ਕਿਹਾ ਸੀਗਾ ਕਿ ਉਹ ਤੁਰਦਾ ਫਿਰਦਾ ਬੰਬ ਬਣ ਗਿਆ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਇਸ ਗੱਲ ਨੇ ਨੌਜਵਾਨ ਨੂੰ ਇੰਨਾ ਹੈਰਾਨ ਕਰ ਦਿੱਤਾ ਕਿ ਉਸਨੇ ਭਾਰ ਘਟਾਉਣ ਦਾ ਮਨ ਬਣਾ ਲਿਆ। ਮਿਸੀਸਿਪੀ ਦੇ ਰਹਿਣ ਵਾਲੇ 42 ਸਾਲਾ ਨਿਕੋਲਸ ਕ੍ਰਾਫਟ ਦਾ ਭਾਰ 4 ਸਾਲ ਪਹਿਲਾਂ ਕਰੀਬ 300 ਕਿਲੋ ਸੀ। ਸਾਲ 2019 ਚ ਜਦੋਂ ਨਿਕੋਲਸ ਨੇ ਭਾਰ ਘਟਾਉਣ ਦਾ ਫੈਸਲਾ ਕੀਤਾ ਤਾਂ ਪਹਿਲੇ ਮਹੀਨੇ ਹੀ ਉਸਨੇ ਸੰਤੁਲਿਤ ਖੁਰਾਕ ਲੈ ਕੇ 18 ਕਿਲੋ ਭਾਰ ਘਟਾਇਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਨਿਕੋਲਸ ਨੂੰ ਬਚਪਨ ਤੋਂ ਹੀ ਜ਼ਿਆਦਾ ਭਾਰ ਦੀ ਸਮੱਸਿਆ ਸੀ ਅਤੇ ਹਾਈ ਸਕੂਲ 'ਚ ਉਸਦਾ ਭਾਰ 136 ਕਿਲੋ ਦੇ ਕਰੀਬ ਸੀ। ਨਿਕੋਲਸ ਨੇ ਦੱਸਿਆ ਕਿ ਤਣਾਅ ਕਾਰਨ ਉਹ ਜ਼ਿਆਦਾ ਖਾਣਾ ਖਾਂਦਾ ਸੀ ਅਤੇ ਇਸੇ ਕਾਰਨ ਉਸਦਾ ਭਾਰ ਵੱਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿੱਚ ਦਰਦ, ਗੋਡਿਆਂ 'ਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ। ਸਥਿਤੀ ਇਹ ਬਣ ਗਈ ਸੀਗੀ ਕਿ ਨਿਕੋਲਸ ਘਰ ਤੋਂ ਬਾਹਰ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਕਾਰ ਵਿੱਚ ਵੀ ਬੈਠ ਨਹੀਂ ਸਕਦਾ ਸੀ। ਇਸ ਕਾਰਨ ਉਸ ਦਾ ਲੋਕਾਂ ਦੇ ਨਾਲ ਮਿਲਣਾ ਬੰਦ ਹੋ ਗਿਆ। ਸਾਲ 2019 ਵਿੱਚ ਜਦੋਂ ਇੱਕ ਡਾਕਟਰ ਨੇ ਇਸ ਨੂੰ ਕਿਹਾ ਕਿ ਉਹ ਤੁਰਦਾ ਫਿਰਦਾ ਬੰਬ ਬਣ ਗਿਆ ਹੈ ਅਤੇ ਉਹ ਵੱਧ ਤੋਂ ਵੱਧ 4 ਤੋਂ 5 ਸਾਲ ਵਿੱਚ ਮਰ ਜਾਏਗਾ। ਇਸ ਤੋਂ ਬਾਅਦ ਕ੍ਰਾਫਟ ਨੇ ਭਾਰ ਘਟਾਉਣ ਬਾਰੇ ਸੋਚਿਆ। ਕ੍ਰਾਫਟ ਦਾ ਕਹਿਣਾ ਹੈ ਕਿ ਉਹ ਜੀਣਾ ਚਾਹੁੰਦਾ ਹੈ, ਇਸ ਕਾਰਨ ਉਸਨੇ ਆਪਣੀ ਖਾਣ ਪੀਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਔਰ ਆਪਣਾ ਭਾਰ ਘਟਾ ਲਿਆ। ਚਾਈਨਾ ਨੇ ਐਤਵਾਰ ਨੂੰ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਫੌਜ ਦੇ ਜਨਰਲ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ। ਅਜਿਹਾ ਕਰਕੇ ਚਾਈਨਾ ਨੇ ਇੱਕ ਤਰ੍ਹਾਂ ਦੇ ਨਾਲ ਦਿਖਾਇਆ ਕਿ ਉਹ ਆਪਣੇ ਫੌਜੀ ਕਰਮਚਾਰੀਆਂ ਤੇ ਅਮਰੀਕੀ ਪਾਬੰਦੀਆਂ ਵੱਲ ਧਿਆਨ ਨਹੀਂ ਦਿੰਦਾ। ਅਮਰੀਕਾ ਨੇ ਐਰੋਸਪੇਸ ਇੰਜੀਨੀਅਰ ਅਤੇ ਪੀਪਲਜ਼ ਲਿਬਰੇਸ਼ਨ ਜਰਨਲ ਦੇ ਰੂਸ ਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਚੀਨ ਦੇ ਉਪਕਰਣ ਵਿਕਾਸ ਵਿਭਾਗ ਤੇ 2018 ਚ ਰੂਸੀ ਸੁਖਈ Su-35 ਲੜਾਕੂ ਜਹਾਜ਼ ਅਤੇ S-400 ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਦਾ ਦੋਸ਼ ਲਗਾਇਆ ਹੈ। ਫੌਜ ਜਰਨਲ ਲੀ ਸ਼ੰਗਾਫੂ ਤੇ ਪਾਬੰਦੀ ਲਗਾਈ ਗਈ ਸੀ। ਅਮਰੀਕਾ ਨੇ EDD ਅਤੇ ਉਸਦੇ ਤਤਕਾਲੀ ਡਾਇਰੈਕਟਰ ਜਰਨਲ ਲੀ ਦੋਵਾਂ ਤੇ ਪਾਬੰਦੀਆਂ ਲਗਾਈਆਂ ਸਨ। ਐਤਵਾਰ ਨੂੰ ਚਾਈਨਾ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੇ ਦੁਆਰਾ ਜਰਨਲ ਲੀ ਨੂੰ ਨਵੇਂ ਰੱਖਿਆ ਮੰਤਰੀ ਵਜੋਂ ਤਾਇਨਾਤ ਕਰਨ ਦੀ ਪੁਸ਼ਟੀ ਕੀਤੀ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਰਤੀ ਮੂਲ ਦੀਆਂ 5 ਉੱਘੀਆਂ ਔਰਤਾਂ ਨੂੰ ਪ੍ਰਮੁੱਖ ਡਾਇਸਪੋਰਾ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਇੱਕ ਬਿਆਨ ਦੇ ਵਿੱਚ ਐਤਵਾਰ ਨੂੰ ਦੱਸਿਆ ਗਿਆ ਕਿ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ NYNJCTNE ਨੇ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੇ ਸਹਿਯੋਗ ਦੇ ਨਾਲ 8 ਮਾਰਚ ਨੂੰ ਆਪਣਾ 5ਵਾਂ ਸਾਲਾਨਾ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਰੋਹ ਆਯੋਜਿਤ ਕੀਤਾ ਅਤੇ 5 ਔਰਤਾਂ ਨੂੰ ਉਹਨਾਂ ਦੇ ਸੰਬੰਧਿਤ ਖੇਤਰਾਂ ਵਿੱਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਨਿਊਯਾਰਕ ਸਿਟੀ ਦੀ ਡਿਪਟੀ ਮੇਅਰ ਮੀਰਾ ਜੋਸ਼ੀ ਨੇ, ਜੋ ਪੇਸ਼ੇ ਤੋਂ ਇੱਕ ਅਟਾਰਨੀ ਨੇ, ਜਿਨ੍ਹਾਂ ਨੇ ਆਪਣੀ ਮੌਜੂਦਾ ਭੂਮਿਕਾ ਵਿੱਚ ਟਰਾਂਸਪੋਰਟ ਇਨੋਵੇਸ਼ਨ ਅਤੇ QT ਕੈਬਨਿਟ ਸਮੇਤ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਨੇ। ਬਿਆਨ 'ਚ ਦੱਸਿਆ ਗਿਆ ਕਿ ਉਹਨਾਂ ਨੇ ਨਿਊਯਾਰਕ ਸਿਟੀ ਦੇ ਵਿਜ਼ਨ ਜ਼ੀਰੋ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਵਿੱਚ ਮੁੱਖ ਭੂਮਿਕਾ ਨਿਭਾਈ। ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾ ਫਿਟਨੈਸ ਤੇ ਮਹੱਤਵ ਦੇ ਰਹੇ ਨੇ। ਡਾਕਟਰਸ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਜ਼ਿਆਦਾਤਰ ਬਿਮਾਰੀਆਂ ਮੋਟਾਪੇ ਕਾਰਨ ਵੱਧਦੀਆਂ ਨੇ। ਜੇਕਰ ਮੋਟਾਪਾ ਨਾ ਹੋਏ ਤਾਂ ਅੱਧੇ ਤੋਂ ਵੱਧ ਰੋਗ ਖਤਮ ਹੋ ਜਾਣਗੇ। ਇਹੀ ਕਾਰਨ ਹੈ ਕਿ ਲੋਕ ਹੁਣ ਆਪਣੀ ਫਿਟਨੈਸ ਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇ ਰਹੇ ਨੇ, ਪਰ ਕਈ ਲੋਕ ਇਸ ਨੂੰ ਲੋੜ ਨੂੰ ਆਪਣਾ ਜਨੂਨ ਬਣਾ ਲੈਂਦੇ ਨੇ, ਜਿਸ ਕਾਰਨ ਉਹ ਮਸ਼ਹੂਰ ਵੀ ਹੋ ਜਾਂਦੇ ਨੇ। ਅਮਰੀਕਾ ਦੀ ਰਹਿਣ ਵਾਲੀ ਇੱਕ ਲੇਡੀ, ਜੀ ਹਾਂ, ਦੁਨੀਆ ਦੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਬੋਡੀ ਬਿਲਡਰ ਦਾ ਟੈਗ ਉਸ ਨੂੰ ਮਿਲਿਆ ਹੈ ਔਰ ਉਹਨਾਂ ਦਾ ਨਾਮ ਹੈ ਅਰਨੇਸਟਾਈਨ। ਜੀ ਹਾਂ, 86 ਸਾਲਾਂ ਦੀ ਔਰਤ ਸਰੀਰ ਲਈ ਸਖਤ ਮਿਹਨਤ ਕਰਦੀ ਹੈ। ਹੁਣ ਉਸਨੇ ਆਪਣੀ ਸਿਹਤ ਦਾ ਰਾਜ਼ ਦੱਸਿਆ। ਉਸਨੇ ਆਪਣੀ ਫਿਟਨੈਸ ਯਾਤਰਾ ਕਾਫੀ ਦੇਰ ਨਾਲ ਸ਼ੁਰੂ ਕੀਤੀ। 56 ਸਾਲ ਦੀ ਉਮਰ 'ਚ ਉਸਨੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਤੇ ਸਿਹਤਮੰਦ ਖਾਣਾ ਸ਼ੁਰੂ ਕਰ ਦਿੱਤਾ। ਪਿਛਲੇ 15 ਸਾਲਾਂ ਤੋਂ ਲਗਾਤਾਰ ਸਟ੍ਰਿਕਟ ਡਾਈਟ ਤੇ ਹੈ ਤੇ ਹਰ ਰੋਜ਼ ਵਰਕਆਊਟ ਕਰਦੀ ਹੈ। ਹੁਣ ਉਸ ਨੂੰ ਆਪਣੇ ਸਰੀਰ ਨੂੰ ਲੈ ਕੇ ਕਾਫੀ ਭਰੋਸਾ ਹੋ ਗਿਆ। 71 ਸਾਲ ਦੀ ਉਮਰ 'ਚ ਉਸਨੇ ਬੋਡੀ ਬਿਲਡਿੰਗ ਸ਼ੁਰੂ ਕਰ ਦਿੱਤੀ। ਹੁਣ ਉਹ ਇਸ ਖੇਤਰ ਦੀ ਮਾਹਿਰ ਬਣ ਗਈ ਹੈ। ਆਪਣੀ ਮਿਹਨਤ ਸਦਕਾ ਉਸਨੇ 2010 ਅਤੇ 2011 ਚ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਉਹਨਾਂ ਨੂੰ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਪ੍ਰਤੀਯੋਗੀ ਮਹਿਲਾ ਬੋਡੀ ਬਿਲਡਰ ਦਾ ਖਿਤਾਬ ਮਿਲਿਆ। ਆਪਣੀ ਬੋਡੀ ਨੂੰ ਬਰਕਰਾਰ ਰੱਖਣ ਦੇ ਲਈ ਉਹਨਾਂ ਨੇ ਚੰਗੀ ਖੁਰਾਕ ਅਤੇ ਸਖਤ ਕਸਰਤ ਦੀ ਪਾਲਣਾ ਕਰਨ ਦੀ ਗੱਲ ਕਹੀ ਹੈ। ਇਸ ਸਮੇਂ ਅਰਥਚਾਰੇ ਦੀ ਮਾੜੀ ਹੋ ਚੁੱਕੀ ਹਾਲਤ ਦਾ
ਪਾਂਡਾ ਲਿਬਰਲਾਂ ਸਿਰ ਭੰਨਦਿਆਂ ਐਤਵਾਰ ਨੂੰ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਕਿਹਾ ਕਿ ਆਉਣ ਵਾਲੇ ਫੈਡਰਲ ਬਜਟ ਵਿੱਚ ਟੈਕਸਾਂ 'ਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ, ਖਰਚਿਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਨਵੇਂ ਘਰ ਬਣਾਉਣਾ ਸਭ ਦੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ। 28 ਮਾਰਚ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਪੋਲੀਏਵਰ ਨੇ ਬਜਟ ਸੰਬੰਧੀ ਆਪਣੀ ਪਾਰਟੀ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਟੋਰੀ ਆਗੂ ਨੇ ਦੋਸ਼ ਲਗਾਇਆ ਕਿ ਮਹਿੰਗਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਰਨ ਵਧੀ ਹੈ ਤੇ ਉਹਨਾਂ ਕਰਕੇ ਹੀ ਕੈਨੇਡੀਅਨ ਅੱਜ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਤੇ ਆਪਣੇ ਪਰਿਵਾਰ ਦੇ ਲਈ ਘਰ ਬਣਾਉਣ ਤੇ ਅਸਮਰੱਥ ਨੇ। ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਸਦਕਾ ਅਰਥਚਾਰੇ ਦੀ ਰਫ਼ਤਾਰ ਮੱਠੀ ਪੈਣ ਤੇ ਗਲੋਬਲ ਰੁਝਾਨ ਕਾਰਨ ਮੰਦਵਾੜੇ ਦਾ ਖਤਰਾ ਪੈਦਾ ਹੋਣ ਕਾਰਨ ਪੋਲੀਏਵਰ ਵੱਲੋਂ ਇਹ ਨੁਕਤਾਚੀਨੀ ਕੀਤੀ ਗਈ। ਇਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਰਕਾਰ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਬਜਟ ਵਿੱਚ ਗ੍ਰੀਨ ਅਰਥਚਾਰੇ ਤੇ ਕਲੀਨ ਟੈਕਨੋਲੋਜੀ ਦੇ ਮਾਮਲੇ 'ਚ ਅਮਰੀਕਾ ਦੇ ਨਾਲ ਮੁਕਾਬਲਾ ਕਰਨ ਦੇ ਲਈ ਵੀ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ। ਉਹਨਾਂ ਨੇ ਦੱਸਿਆ ਕਿ ਹੈਲਥ ਕੇਅਰ ਵਿੱਚ ਸੁਧਾਰ ਦੇ ਲਈ ਹੋਰ ਖਰਚੇ ਵਾਸਤੇ ਕਈ ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਨੇ ਤੇ ਇਹ ਪ੍ਰੋਵਿੰਸਾਂ ਦੇ ਨਾਲ ਹੋਣ ਵਾਲੀਆਂ ਦੁਬੱਲੀਆਂ ਡੀਲਜ਼ ਰਾਹੀਂ ਕੀਤੇ ਜਾਣਗੇ। ਲੰਡਨ ਓਨਟਾਰੀਓ ਵਿੱਚ ਦਿਨ ਭਰ ਚੱਲੇ ਗਤੀਰੋਧ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 2 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੰਡਨ ਪੁਲਿਸ ਨੇ ਦੱਸਿਆ ਕਿ ਉਸ ਨੂੰ ਬੇਸੁੱਧ ਪਏ ਇੱਕ ਵਿਅਕਤੀ ਦੀ ਜਾਣਕਾਰੀ ਦੇ ਕੇ ਸ਼ਨੀਚਰਵਾਰ ਨੂੰ ਸਵੇਰੇ 5 ਵਜੇ ਦੇ ਨੇੜੇ-ਤੇੜੇ ਨਾਰਥ ਈਸਟ ਪਾਰਟ ਦੀ 621 ਕਿਪਸ ਲੇਨ ਉੱਤੇ ਸਥਿਤ ਇੱਕ ਅਪਾਰਟਮੈਂਟ ਦੇ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਉੱਥੇ ਪਹੁੰਚਣ ਉੱਤੇ ਉਹਨਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਬਾਅਦ ਵਿੱਚ ਇਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਰ ਪੁਲਿਸ ਵੱਲੋਂ ਅਪਾਰਟਮੈਂਟ ਵਿੱਚ ਖੁਦ ਨੂੰ ਬੰਦ ਕਰੀ ਬੈਠੇ ਵਿਅਕਤੀ ਨਾਲ ਗੱਲਬਾਤ ਸ਼ੁਰੂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਕੋਲ ਹਥਿਆਰ ਵੀ ਸੀ। ਪੁਲਿਸ ਨੇ ਦੱਸਿਆ ਕਿ ਸਾਰਾ ਦਿਨ ਚੱਲੀ ਗੱਲਬਾਤ ਦੇ ਬਾਵਜੂਦ ਉਸ ਵਿਅਕਤੀ ਵੱਲੋਂ ਚਲਾਈ ਗੋਲੀ ਕਾਰਨ ਰਾਤੀ 7:30 ਵਜੇ 2 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਦੋਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਦੋਵੇਂ ਅਧਿਕਾਰੀ ਕਿਸ ਹੱਦ ਤੱਕ ਜ਼ਖਮੀ ਨੇ ਜਾਂ ਦੋਵਾਂ ਨੂੰ ਗੋਲੀ ਲੱਗੀ ਹੈ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਕੈਨੇਡਾ ਤੋਂ ਪਰਤੇ ਨੌਜਵਾਨ ਨੇ ਇੱਥੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ 28 ਸਾਲਾ ਪ੍ਰਕਾਸ਼ ਵਜੋਂ ਹੋਈ ਹੈ। ਨੌਜਵਾਨ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ 5 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਇਆ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਜਨਰਲ ਹਸਪਤਾਲ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਸੀਸਾਗਾ ਦੇ ਵਿੱਚ ਇੱਕ ਗੱਡੀ ਦੇ ਲਈ ਗਈ ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਭਰੀ ਹੋਈ ਕੰਨ, ਵੱਡੀ ਮਾਤਰਾ 'ਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਤੇ ਚੋਰੀ ਦੀ ਪ੍ਰਾਪਰਟੀ ਮਿਲਣ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਐਂਟਰਪ੍ਰਾਈਜ਼ ਰੋਡ ਤੇ ਐਟਲਾਂਟਿਕ ਡਰਾਈਵ ਨੇੜੇ ਲਾਵਾਰਸ ਖੜੀ ਇੱਕ ਗੱਡੀ ਦੀ ਰਾਤੀ 1:30 ਵਜੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ। ਇੱਕ ਨਿਊਜ਼ ਰਿਲੀਜ਼ ਵਿੱਚ ਪੀਲ ਪੁਲਿਸ ਨੇ ਦੱਸਿਆ ਕਿ ਇਸ ਜਾਂਚ ਦੇ ਨਤੀਜੇ ਵਜੋਂ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇੱਕ ਵਿਅਕਤੀ ਕੋਲੋਂ ਪੁਲਿਸ ਨੂੰ ਗਲੌਕ 40 ਕੈਲੀਬਰ 27 ਚੇਨ 5 ਬਰਾਮਦ ਹੋਈਆਂ ਨੇ ਔਰ ਪੁਲਿਸ ਨੇ ਦੱਸਿਆ ਕਿ ਵੇਲੈਂਡ ਦੇ 23 ਸਾਲਾ ਅਬਦੁੱਲਾ ਸਰਵਾਰੀ ਨੂੰ 10 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ। ਇਹਨਾਂ ਵਿੱਚ ਚੋਰੀ ਦੀ ਪ੍ਰਾਪਰਟੀ ਰੱਖਣ, ਗੈਰ ਕਾਨੂੰਨੀ ਤੌਰ ਉੱਤੇ ਹਥਿਆਰ ਰੱਖਣ, ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਵਰਗੇ ਚਾਰਜਿਸ ਸ਼ਾਮਲ ਨੇ। ਇਸ ਦੌਰਾਨ ਟੋਰਾਂਟੋ ਦੇ 28 ਸਾਲਾ ਮੁਹੰਮਦ ਗੌਸੀ ਨੂੰ ਵੀ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਕਿੰਗਸਟਨ ਰੋਡ ਤੇ ਮੈਕੋਵਨ ਰੋਡ ਏਰੀਆ ਦੇ ਵਿੱਚ ਹੋਏ ਕਤਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 6 ਮਾਰਚ ਨੂੰ ਰਾਤੀ 1 ਵਜੇ ਦੇ ਨੇੜੇ-ਤੇੜੇ ਟੋਰਾਂਟੋ ਪੁਲਿਸ ਨੂੰ ਕਿੰਗਸਟਨ ਰੋਡ ਉੱਤੇ ਸਥਿਤ ਰੋਏਕ੍ਰਾਫਟ ਮੈਟਲ ਤੋਂ ਕਿਸੇ ਵਿਅਕਤੀ ਨੂੰ ਗੋਲੀ ਲੱਗਣ ਦੀ ਰਿਪੋਰਟ ਮਿਲੀ। ਮੌਕੇ ਉੱਤੇ ਪੁਲਿਸ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਵਿਅਕਤੀ ਮਿਲਿਆ ਤੇ ਉਸ ਨੂੰ ਇਲਾਜ ਦੇ ਲਈ ਬਹੁਤ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ 12 ਮਾਰਚ ਨੂੰ ਜ਼ਖਮਾਂ ਦੀ ਤਾਬ ਨਾਲ ਸਹਾਰਦਿਆਂ ਹੋਇਆਂ ਉਸ ਵਿਅਕਤੀ ਦੀ ਮੌਤ ਹੋ ਗਈ। ਵਿਅਕਤੀ ਦੀ ਪਛਾਣ 39 ਸਾਲਾ ਸ਼ੌਨ ਵਜੋਂ ਕੀਤੀ ਗਈ ਹੈ ਪਰ ਉਸ ਦੇ ਪੱਕੇ ਪਤੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਨੀ ਦਿਨੀ ਫਲਾਈਟ ਵਿੱਚ ਯਾਤਰੀਆਂ ਦਾ ਵਿਵਹਾਰ ਸੁਰਖੀਆਂ 'ਚ ਹੈ। ਇੱਕ ਵਾਰ ਫਿਰ ਇੱਕ ਵਿਅਕਤੀ ਨੇ ਫਲਾਈਟ ਵਿੱਚ ਹੰਗਾਮਾ ਮਚਾ ਦਿੱਤਾ। ਬੰਬਈ ਦੀ ਸਹਾਰ ਪੁਲਿਸ ਨੇ ਲੰਡਨ ਬੰਬਈ ਏਅਰ ਇੰਡੀਆ ਦੀ ਫਲਾਈਟ ਦੇ ਬਾਥਰੂਮ ਦੇ ਵਿੱਚ ਸਿਗਰਟ ਪੀਣ ਅਤੇ ਸਹਿ ਯਾਤਰੀਆਂ ਦੇ ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਇੱਕ 37 ਸਾਲਾ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਮਾਕਾਂਤ ਵਜੋਂ ਹੋਈ ਹੈ ਜੋ ਅਮਰੀਕੀ ਨਾਗਰਿਕ ਹੈ। ਨਿਊਜ਼ ਏਜੰਸੀ ANI ਦੇ ਮੁਤਾਬਕ ਵਿਅਕਤੀ ਨੇ 10 ਮਾਰਚ ਨੂੰ ਵੀ ਫਲਾਈਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇਹ ਵੀ ਕਿਹਾ ਸੀਗਾ ਕਿ ਉਹ ਆਪਣੇ ਬੈਗ ਵਿੱਚ ਕੋਈ ਦਵਾਈ ਲੈ ਕੇ ਜਾ ਰਿਹਾ ਸੀ ਪਰ ਉਸਦੇ ਬੈਗ ਵਿੱਚੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ। ਉਸਦੇ ਨਮੂਨੇ ਜਾਂਚ ਲਈ ਭੇਜੇ ਗਏ ਨੇ ਤਾਂ ਜੋ ਪੁਸ਼ਟੀ ਨਹੀਂ ਕੀਤੀ ਜਾ ਸਕੀ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਮਾਨਸਿਕ ਤੌਰ ਤੇ ਵਿਗੜਿਆ ਹੋਇਆ ਸੀ।
ਹਾਲ ਹੀ ਦੇ 2 ਸਾਲਾਂ ਵਿੱਚ ਭਾਰਤ, ਪਾਕਿਸਤਾਨ ਅਤੇ ਚਾਈਨਾ ਵਰਗੇ ਪ੍ਰਮੁੱਖ ਹਿੰਦ ਪ੍ਰਸ਼ਾਂਤ ਦੇਸ਼ਾਂ ਦੇ ਲਈ ਬ੍ਰਿਟਿਸ਼ ਆਧਾਰਿਤ ਡਿਪਲੋਮੈਟਿਕ ਅਸਾਮੀਆਂ ਵਿੱਚ 50% ਤੱਕ ਦੀ ਕਟੌਤੀ ਕੀਤੀ ਗਈ ਹੈ। ਨਵੇਂ ਸਰਕਾਰੀ ਅੰਕੜਿਆਂ ਦੇ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ ਦਹਾਕੇ ਦੇ ਦੌਰਾਨ ਪਾਕਿਸਤਾਨ, ਚਾਈਨਾ ਤੇ ਭਾਰਤ ਦੇ ਵਿੱਚ ਦੂਤਘਰਾਂ ਤੇ ਕੌਂਸੂਲੇਟਾਂ ਦੇ ਸਟਾਫ ਮੈਂਬਰਾਂ ਦੀ ਗਿਣਤੀ ਪਿਛਲੇ 7 ਸਾਲਾਂ ਵਿੱਚ ਘਟ ਰਹੀ ਹੈ। ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਦੂਤਘਰ ਅਤੇ ਵਣਜ ਦੂਤਘਰ 'ਚ ਬ੍ਰਿਟੇਨ ਸਥਿਤ ਵਿਦੇਸ਼ ਦਫ਼ਤਰ ਦੇ ਕਰਮਚਾਰੀਆਂ ਦੀ ਗਿਣਤੀ 110 ਤੋਂ 119 ਦੇ ਵਿਚਕਾਰ ਸੀ। ਇਹ ਘਟ ਕੇ 50 ਤੋਂ 59 ਤੇ ਆ ਗਈ ਹੈ ਔਰ ਲਗਭਗ 50% ਦੇ ਬਰਾਬਰ ਹੈ, ਜੋ ਉਸ ਸਮੇਂ ਦੌਰਾਨ ਭਾਰਤ ਵਿੱਚ ਪਿਛਲੇ 7 ਸਾਲਾਂ 'ਚ ਬ੍ਰਿਟਿਸ਼ ਆਧਾਰਿਤ ਵਿਦੇਸ਼ ਦਫ਼ਤਰ ਦੇ ਸਟਾਫ ਦੀ ਗਿਣਤੀ 70 ਤੋਂ 79 ਤੋਂ ਘਟਾ ਕੇ 40 ਤੋਂ 49 ਕਰ ਦਿੱਤੀ ਗਈ ਸੀ। ਸਖਤ ਕਾਨੂੰਨਾਂ ਵਾਲੇ ਇਸਲਾਮਿਕ ਦੇਸ਼ ਈਰਾਨ ਵਿੱਚ ਲੜਕੀਆਂ ਨੂੰ ਜ਼ਹਿਰ ਦੇਣ ਦਾ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 'ਚ ਪੜ੍ਹਦੀਆਂ ਲੜਕੀਆਂ ਤੇ ਜ਼ਹਿਰੀਲੀ ਗੈਸ ਅਤੇ ਕੈਮੀਕਲ ਦੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਹਜ਼ਾਰਾਂ ਲੜਕੀਆਂ ਦੀ ਸਿਹਤ ਵਿਗੜ ਗਈ। ਹੁਣ ਈਰਾਨ ਸਰਕਾਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਦਾਅਵਾ ਕਰ ਰਹੀ ਹੈ। ਈਰਾਨੀ ਮੀਡੀਆ ਦੇ ਹਵਾਲੇ ਦੇ ਨਾਲ ਪਤਾ ਲੱਗਿਆ ਕਿ ਈਰਾਨ 'ਚ ਲੜਕੀਆਂ ਨੂੰ ਜ਼ਹਿਰ ਦੇਣ ਦੇ ਮਾਮਲਿਆਂ 'ਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਨੇ। ਇਹ ਉਹ ਲੋਕ ਨੇ ਜੋ ਔਰਤਾਂ ਨੂੰ ਇਸਲਾਮ ਦੇ ਸਖਤ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਮਜਬੂਰ ਕਰਦੇ ਨੇ ਅਤੇ ਉਹਨਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਨਹੀਂ ਦਿੰਦੇ ਹਨ। ਲੜਕੀਆਂ ਦੇ ਜ਼ਹਿਰ ਦੇ ਨਾਲ ਹਮਲੇ ਕਾਰਨ ਪਿਛਲੇ ਸਾਲ ਸ਼ੁਰੂ ਹੋਏ ਪ੍ਰਦਰਸ਼ਨ ਦੇ ਨਾਲ ਉੱਠ ਰਹੀ ਆਜ਼ਾਦੀ ਦੀ ਆਵਾਜ਼ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਸਤੰਬਰ ਨੂੰ ਇਸ ਮੁਲਕ ਦੇ ਕਈ ਸ਼ਹਿਰਾਂ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉਦੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਦੀ ਮੰਗ ਕੀਤੀ ਸੀ, ਜਿਸ ਨਾਲ ਇਸਲਾਮਿਕ ਕੱਟੜਪੰਥੀ ਨਾਰਾਜ਼ ਹੋ ਗਏ ਸੀ। ਉਦੋਂ ਤੋਂ ਉੱਥੇ ਲੜਕੀਆਂ ਤੇ ਔਰਤਾਂ ਖਿਲਾਫ ਅਪਰਾਧਕ ਘਟਨਾਵਾਂ 'ਚ ਤੇਜ਼ੀ ਆਈ ਹੈ। ਪਿਛਲੇ ਦਿਨੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੀਆਂ ਲੜਕੀਆਂ ਤੇ ਜ਼ਹਿਰੀਲੀ ਗੈਸ ਅਤੇ ਕੈਮੀਕਲ ਦੇ ਨਾਲ ਹਮਲਾ ਹੋਇਆ ਸੀ। ਇਸ ਕਾਰਨ 5000 ਦੇ ਕਰੀਬ ਲੜਕੀਆਂ ਰਹੱਸਮਈ ਢੰਗ ਨਾਲ ਬਿਮਾਰ ਹੋ ਗਈਆਂ, ਕਈਆਂ ਦੀ ਮੌਤ ਹੋ ਗਈ। ਇਹ ਮਾਮਲਾ ਪੂਰੀ ਦੁਨੀਆ 'ਚ ਗੂੰਜਿਆ, ਜਿਸ ਤੋਂ ਬਾਅਦ ਦਬਾਅ 'ਚ ਆ ਕੇ ਈਰਾਨੀ ਸ਼ਾਸਨ ਦੇ ਸੁਪਰੀਮੋ ਨੇਤਾ ਆਇਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਉਹ ਧੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸਜ਼ਾ ਦੇਣਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।